ਜਪਜੀ ਸਾਹਿਬ ਅਸਲ ਵਿੱਚ ਇਹਨੂੰ ਸਿੱਖ ਧਰਮ ਨਾਲ ਇੰਨਾ ਨਾ ਜੋੜਿਆ ਜਾਵੇ ਤਾਂ ਇਹ ਸਾਰੀ ਮਾਨਵਤਾ ਲਈ ਹੈ। ਮੈਂ ਜਦੋਂ ਉਹਨੂੰ ਪੜ੍ਹਿਆ ਮੈਨੂੰ ਇੰਨਾ ਅੱਛਾ ਲੱਗਿਆ ਕਿ ਉਹਦਾ ਟਰਾਂਸਲੇਸ਼ਨ ਕਰਕੇ ਮੈਨੂੰ ਆਪ ਨੂੰ ਬੜੀ ਸੈਟੀਸਫੈਕਸ਼ਨ ਹੋਈ ਹੈ। ਕਿਤਾਬਾਂ ਭਾਵੇਂ 15-16 ਹੈਗੀਆਂ ਨੇ, ਪਰ ਉਹ ਕਿਤਾਬ ਨੇ ਜੋ ਮੈਨੂੰ ਸੈਟੀਸਫੈਕਸ਼ਨ ਦਿੱਤੀ ਹੈ ਮੈਨੂੰ ਕਿਸੇ ਕਿਤਾਬ ਨਾਲ ਨਹੀਂ ਮਿਲੀ। ਉਹਦੇ ਨਾਲ ਮੇਰੀ ਜਿਹੜੀ ਰੂਹਾਨੀਅਤ ਸੀ ਉਹਦੀ ਭੁੱਖ ਪੂਰੀ ਹੋਈ ਹੈ। ਅੱਧੀ ਸਦੀ ਦਾ ਸਮਾਂ ਹੰਢਾ ਕੇ ਹਰ ਇੱਕ ਜਜ਼ਬਾ ਲੇਖੇ ਲਾ ਕੇ ਨਾ ਇਸ ਘਰ ਦੀ ਨਾ ਉਸ ਘਰ ਦੀ ਮੈਂ ਮੰਗਤੀ ਖੁਦ ਆਪਣੇ ਦਰ ਦੀ राजन मेरे जम्मे जाए हाजत रवा है उससे मांगो कि उसके दर पे सुनवाई बहुत है। और शेर है कि बज़ाहिर तो मैं रिश्तों में घिरी हूँ, बज़ाहिर तो मैं रिश्तों में घिरी हूँ, दरूने ज़ात तन्हाई बहुत है। हर रोज़ किसी ना किसी अच्छी परसनैलिटी के नाल असीं रूबरू होंदे रहने तुहाडे। ਅੱਜ ਵੀ ਇੱਕ ਵੈਲ ਨੋਨ ਪਰਸਨੈਲਿਟੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਮੈਡਮ ਰੂਬੀਨਾ ਸ਼ਬਨਮ ਦੀ ਮੈਂ ਗੱਲ ਕਰ ਰਿਹਾ ਅੱਜ ਸਾਡੇ ਨਾਲ ਨੇ। ਔਰ ਇਹਨਾਂ ਦੀ ਸ਼ਖਸੀਅਤ ਨੂੰ ਮੈਂ ਦੋ ਸ਼ਬਦਾਂ ਦੇ ਵਿੱਚ ਡਿਫਾਈਨ ਕਰ ਦਵਾਂ ਕਿ ਇਹ ਉਹ ਲੇਡੀ ਹੈ ਜਿਨ੍ਹਾਂ ਨੇ ਮਤਲਬ ਇੱਕ ਆਪਾਂ ਗੱਲ ਕਰੀਏ ਇੱਕ ਆਮ ਸਧਾਰਨ ਘਰ ਦੇ ਵਿੱਚੋਂ ਉੱਠ ਕੇ ਇੱਕ ਮਤਲਬ ਸੈਕਟਰੀ ਲੈਵਲ ਦੀ ਪੋਸਟ ਲੱਤੀ ਔਰ ਜੇ ਹੈੱਡ ਕਰਦੇ ਨਵਾਬ ਸ਼ੇਰ ਮੁਹੰਮਦ ਖਾਨ ਇੰਸਟੀਟਿਊਟ ਨੂੰ। ਇਸ ਤੋਂ ਇਲਾਵਾ ਇੱਕ ਲਗਨ ਕੰਮ ਕਰਨ ਦੀ ਜੋ ਇੱਛਾ ਹੁੰਦੀ ਹੈ, ਕਿਤੇ ਪਹੁੰਚਣ ਦੀ ਜੋ ਇੱਕ ਤਾਂਘ ਹੁੰਦੀ ਹੈ, ਉਹਦੇ ਚੱਲਦੇ ਰਾਈਟਰ ਹੈ, ਪੰਜਾਬੀ ਰਾਈਟਰ ਹੈ। ਉਹਦੇ ਨਾਲ ਇਹ ਉਰਦੂ ਦੇ ਵਿੱਚ ਵੀ ਲਿਖਦੇ ਹੈ, ਪੋਇਟਰੀ ਲਿਖਦੇ ਹੈ ਔਰ ਇਸ ਤੋਂ ਇਲਾਵਾ ਹੋਰ ਮਜ਼ਮੂਨ ਇਹਨਾਂ ਦੇ ਆਉਂਦੇ ਰਹਿੰਦੇ ਬੜੇ ਬੜੇ ਅਖਬਾਰਾਂ ਦੇ ਵਿੱਚ, ਬੜੇ ਬੜੇ ਮੈਗਜ਼ੀਨਸ ਦੇ ਵਿੱਚ। ਔਰ ਹੁਣੇ ਰੀਸੈਂਟਲੀ ਇੱਕ ਇਹਨਾਂ ਦੀ ਖੁਦ ਦੀ ਪਰਸਨੈਲਿਟੀ ਦੇ ਉੱਪਰ ਭਾਸ਼ਾ ਵਿਭਾਗ ਨੇ ਇੱਕ ਮੈਗਜ਼ੀਨ ਕੱਢਿਆ। ਇਹ ਬਹੁਤ ਬੜੀ ਅਚੀਵਮੈਂਟ ਹੈ ਮਲੇਰਕੋਟਲੇ ਵਾਸਤੇ ਔਰ ਮਲੇਰਕੋਟਲੇ ਦੇ ਲੋਕਾਂ ਵਾਸਤੇ। ਅਗਰ ਆਪਾਂ ਪ੍ਰਾਊਡ ਕਰਨ ਦੀ ਗੱਲ ਕਰੀਏ ਤਾਂ ਹੋਣਾ ਵੀ ਚਾਹੀਦਾ ਪ੍ਰਾਊਡ ਐਸੀਆਂ ਪਰਸਨੈਲਿਟੀਜ਼ ਦੇ ਉੱਪਰ। ਬਾਕੀ ਗੱਲਾਂ ਆਪਾਂ ਕਰਦੇ ਹਾਂ ਮੈਡਮ ਰੂਬੀਨਾ ਸ਼ਬਨਮ ਦੇ ਨਾਲ। ਆਓ ਇੱਕ ਵਾਰ ਵੈਲਕਮ ਕਹੀਏ। ਮੈਮ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਸਾਡੇ ਚੈਨਲ ਨੌਲੇਜ ਟੂਡੇ ਦੇ ਵਿੱਚ। ਬਹੁਤ ਸ਼ੁਕਰੀਆ ਮਾਮੂਨ ਸਾਹਿਬ, ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਨੌਲੇਜ ਟੂਡੇ ਜਿਹੜਾ ਤੁਸੀਂ ਚੈਨਲ ਨਾਲ ਮੁਤਾਰਫ ਕਰਵਾ ਰਹੇ ਹੋ ਅਲੱਗ-ਅਲੱਗ ਸ਼ਖਸੀਅਤਾਂ ਨੂੰ, ਬਹੁਤ ਹੀ ਇਹ ਲਾਹੇਵੰਦ ਹੈ ਔਰ ਆਇੰਦਾ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਇੱਕ ਦਸਤਾਵੇਜ਼ ਬਣ ਜਾਵੇਗੀ। ਜੀ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ ਕੰਪਲੀਮੈਂਟਸ ਵਾਸਤੇ। ਔਰ ਮੈਮ ਅੱਜ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੀ ਸ਼ੁਰੂਆਤੀ ਜ਼ਿੰਦਗੀ ਦੇ ਨਾਲ। ਜਦੋਂ ਤੁਸੀਂ ਸ਼ੁਰੂ ਹੋਏ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਮਤਲਬ ਅੱਗੇ ਵਧਦੇ ਗਏ ਔਰ ਕਿਵੇਂ ਇਹ ਲਿਖਣ ਦੀ ਜੋ ਆਪਣੀ ਉਹ ਇੱਕ ਆਪਾਂ ਗੱਲ ਕਰੀਏ ਕਿ ਲਿਖਣ ਦੀ ਇੱਕ ਜਿਗਿਆਸਾ ਜਾਗੀ, ਉਹ ਕਿਵੇਂ ਜਾਗੀ? ਮੈਨੂੰ ਬਚਪਨ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ ਥਾ। ਕੋਈ ਵੀ ਕਿਤਾਬ ਮਿਲਣੀ ਮੈਂ ਪੜ੍ਹ ਲੈਣੀ। ਜਦੋਂ ਤੱਕ ਉਹ ਕਿਤਾਬ ਸ਼ੁਰੂ ਤੋਂ ਆਖਿਰ ਤੱਕ ਮੈਂ ਪੜ੍ਹ ਨਾ ਲੈਣੀ, ਮੈਂ ਰੱਖਣੀ ਨਹੀਂ। ਮੇਰੇ ਘਰਦਿਆਂ ਨੂੰ ਉਹਨਾਂ ਨੂੰ ਪਤਾ ਸੀ ਕਿ ਅਗਰ ਇਹ ਤੋਂ ਕੋਈ ਕੰਮ ਲੈਣਾ ਤਾਂ ਇਹਦੇ ਹੱਥ ਵਿੱਚ ਜਿਹੜੀ ਕਿਤਾਬ ਹੈ ਉਹ ਫੜ ਕੇ ਲੁਕੋ ਦਿਓ। ਅੱਛਾ, ਉਸ ਤੋਂ ਬਾਅਦ ਇਹ ਕੰਮ ਕਰੇਗੀ। ਉਸ ਤੋਂ ਬਾਅਦ ਮੈਨੂੰ ਫਿਰ ਜਲਦੀ ਹੁੰਦੀ ਸੀ ਵੀ ਫਟਾਫਟ ਕੰਮ ਉਹ ਜਿਹੜਾ ਉਹਨਾਂ ਨੇ ਦੱਸਿਆ ਉਹ ਖਤਮ ਕਰਕੇ ਫਿਰ ਦੁਬਾਰਾ ਕਿਤਾਬ ਪੜ੍ਹਨ ਲੱਗ ਜਾਵਾਂ। ਬਹੁਤ ਕਿਤਾਬਾਂ ਪੜ੍ਹੀਆਂ, ਬਹੁਤ ਹੀ ਜ਼ਿਆਦਾ ਮੁਤਾਲਾ ਕੀਤਾ। ਉਹ ਮੁਤਾਲਾ ਕਰਦੇ ਕਰਦੇ ਪਹਿਲਾਂ ਤਾਂ ਅੱਛੀਆਂ ਕੋਟੇਸ਼ਨ, ਅੱਛੇ ਸ਼ੇਰ ਡਾਇਰੀ ਵਿੱਚ ਨੋਟ ਕਰਨ ਦਾ ਸ਼ੌਕ ਪਿਆ। ਫਿਰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਦੋਂ ਮੈਂ ਲਿਖਣ ਲੱਗ ਗਈ। ਇੱਕ ਵਾਰ ਇੱਕ ਤਰੀ ਮਿਸਰਾ ਦਿੰਦੇ ਹੁੰਦੇ ਆ ਰਸਾਇਲ ਮੁਖਤਲਿਫ, ਉਹਨਾਂ ਨੇ ਦਿੱਤਾ ਸੀ ਸ਼ਕੀਲ ਬਦਾਇਉਨੀ ਦਾ ਮਿਸਰਾ, ਮੇਰੀ ਜ਼ਿੰਦਗੀ ਤਲਾ ਤੁਮ ਤੇਰੀ ਜ਼ਿੰਦਗੀ ਕਿਨਾਰਾ। ਉਹਦੇ ਪਰ ਗਜ਼ਲ ਲਿਖ ਕੇ ਭੇਜਣੀ ਸੀ। ਮੈਂ ਲਿਖ ਕੇ ਭੇਜ ਦਿੱਤੀ, ਕੋਈ ਉਸਤਾਦ ਨਹੀਂ, ਕਿਸੇ ਨੂੰ ਦਿਖਾਈ ਨਹੀਂ। ਜ਼ਾਹਿਰ ਹੈ ਉਹ ਇਸ ਕਾਬਿਲ ਤਾਂ ਥੀ ਨਹੀਂ ਕਿ ਉਸਨੂੰ ਉਹਦੇ ਵਿੱਚ ਛਾਪਿਆ ਜਾਂਦਾ, ਪਰ ਮੇਰੀ ਲਿਖਣ ਦੀ ਸ਼ੁਰੂਆਤ ਹੋ ਗਈ। ਫਿਰ ਮੈਂ ਉਰਦੂ ਵਿੱਚ ਬਹੁਤ ਕੁਝ ਲਿਖਿਆ ਕਿਉਂਕਿ ਉਰਦੂ ਦੇ ਨਾਲ ਮੈਨੂੰ ਸ਼ੁਰੂ ਤੋਂ ਹੀ ਲਗਾਓ ਸੀ। ਮੈਂ ਜ਼ਿਆਦਾ ਮੁਤਾਲਾ ਉਰਦੂ ਦੀਆਂ ਕਿਤਾਬਾਂ ਦਾ ਕੀਤਾ, ਪਰ ਉਰਦੂ ਵਿੱਚ ਇੰਨੀ ਪਜ਼ੀਰਾਈ ਨਹੀਂ ਮਿਲੀ। ਜੀ ਫਿਰ ਮੈਂ ਪੰਜਾਬੀ ਵਿੱਚ ਲਿਖਿਆ। ਪੰਜਾਬੀ ਵਿੱਚ ਜਦੋਂ ਮੈਂ ਲਿਖਣ ਲੱਗੀ, ਪੰਜਾਬੀ ਵਿੱਚ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਗਈ, ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਗਈ। ਇੱਥੋਂ ਤੱਕ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਵਿੱਚ ਮੈਂ ਤਕਰੀਬਨ 20 ਸਾਲ ਤੋਂ ਜਿਹੜਾ ਉੱਥੇ ਰਾਸ਼ਟਰੀ ਕਵੀ ਦਰਬਾਰ ਹੁੰਦੇ ਨੇ, ਮੈਂ ਉਹਨਾਂ ਦੇ ਵਿੱਚ ਪਾਰਟੀਸਪੇਟ ਕਰ ਰਹੀ ਹਾਂ। ਕੀ ਬਾਤ ਹੈ, ਇੱਕ ਹੋਰ ਅਚੀਵਮੈਂਟ ਜੁੜ ਗਈ ਮਤਲਬ। ਜੀ। ਔਰ ਉਹ ਇਸ ਕਰਕੇ ਮੇਰੇ ਵਿੱਚ ਕੋਈ ਐਸੀ ਮੈਂ ਨਹੀਂ ਸਮਝਦੀ ਕਿ ਵਿਸ਼ੇਸ਼ਤਾ ਹੈ। ਉਹ ਇਸ ਕਰਕੇ ਮੈਨੂੰ ਵਾਰ-ਵਾਰ ਬੁਲਾਉਂਦੇ ਨੇ ਕਿ ਜਿਹੜੀ ਸਾਡੀ ਮਲੇਰਕੋਟਲੇ ਦੀ ਭਾਸ਼ਾ ਹੈ ਨਾ, ਉਹ ਪੰਜਾਬੀ ਬਾਕੀ ਦੇ ਪੰਜਾਬ ਨਾਲੋਂ ਨਵੇਕਲੀ ਹੈ, ਮੁਖਤਲਿਫ ਹੈ, ਮੁਨਫਰਿਦ ਹੈ। ਕਿਉਂਕਿ ਅਸੀਂ ਉਰਦੂ ਦੀ ਸ਼ਬਦਾਵਲੀ ਸਾਡੇ ਅੰਦਰ ਰਚੀ ਬਸੀ ਹੋਈ ਹੈ, ਤਾਂ ਅਸੀਂ ਇੱਕ ਉਹ ਪੰਜਾਬੀ ਜਿਹੜੀ ਕਲਾਸੀਕਲ ਬੁੱਲੇ ਸ਼ਾਹ ਵਾਰਿਸ ਸ਼ਾਹ ਦੀ ਪੰਜਾਬੀ ਸੀ, ਅਸੀਂ ਉਹ ਪੰਜਾਬੀ ਦੇ ਵਿੱਚ ਜਦੋਂ ਕੁਝ ਲਿਖਦੇ ਹਾਂ ਤਾਂ ਉਹਨੂੰ ਜ਼ਿਆਦਾ ਪਜ਼ੀਰਾਈ ਮਿਲਦੀ ਹੈ। ਜੀ 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 ਜੀ। ਔਰ ਮੈਮ ਇੱਕ ਗੱਲ ਹੋਰ ਦੱਸੋ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜਾਬੀ ਦੇ ਵਿੱਚ ਬੜਾ ਮਤਲਬ ਪ੍ਰਮੋਟ ਕੀਤਾ, ਲੋਕਾਂ ਨੇ ਬਹੁਤ ਅੱਛਾ ਪਸੰਦ ਕੀਤਾ। ਪੰਜਾਬੀ ਦੇ ਵਿੱਚ ਸਭ ਤੋਂ ਪਹਿਲੀ ਜੋ ਤੁਹਾਡੀ ਤਖਲੀਕ ਸੀਗੀ, ਸਭ ਤੋਂ ਪਹਿਲੀ ਰਾਈਟਿੰਗ ਸੀਗੀ, ਉਹ ਕੀ ਸੀ? मैंने गज़ल लिखी सी
ਔਰ ਉਹ ਚੰਡੀਗੜ੍ਹ ਤੋਂ ਨਿਕਲਦੇ ਮੈਗਜ਼ੀਨ ਸੂਲ ਸੁਰਾਹੀ ਵਿੱਚ ਛਪੀ ਸੀ। ਉਹ ਬਚਪਨ ਦੇ ਮੈਂ ਉਦੋਂ BA ਫਸਟ ਈਅਰ ਦੀ ਸਟੂਡੈਂਟ ਸੀ, ਤੇ ਬਚਪਨ ਦੇ ਉਹ ਜਿਹੜੇ ਨਾ ਪੁਖਤਾ ਜਿਹੇ ਖਿਆਲਾਤ ਥੇ ਉਹੀ ਉਹਦੇ ਵਿੱਚ, ਜਿਸ ਤਰ੍ਹਾਂ ਆਮ ਹਰੇਕ ਦੇ ਉਸ ਉਮਰ ਦੇ ਖਿਆਲਾਤ ਹੁੰਦੇ ਨੇ ਉਹੀ ਸੀ ਉਹਦੇ ਵਿੱਚ, ਤੇ ਉਹ ਛਪੀ, ਮੈਨੂੰ ਬੜੀ ਖੁਸ਼ੀ ਹੋਈ। ਉਸ ਤੋਂ ਬਾਅਦ ਹੋਰ ਜ਼ਿਆਦਾ ਹੌਸਲਾ ਮਿਲਿਆ ਜੀ। ਔਰ ਜਿੱਦ ਤੱਕ ਤਾਲੁਕ ਤੁਹਾਡੇ ਮਤਲਬ ਐਜੂਕੇਸ਼ਨ ਦਾ ਹੈ, ਐਜੂਕੇਸ਼ਨ ਤੋਂ ਗਵਰਨਮੈਂਟ ਕਾਲਜ ਤੋਂ ਹੋਈ? ਨਹੀਂ, ਮੇਰੀ ਐਜੂਕੇਸ਼ਨ ਦਾ ਇੱਕ ਅਲੱਗ ਤੋਂ ਚੈਪਟਰ ਹੈ ਜੀ। ਮੈਂ ਜਦੋਂ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਕਿਹਾ ਕਿ ਅੱਗੇ ਨਹੀਂ ਪੜ੍ਹਨਾ, ਕਿਉਂਕਿ ਉਹਨਾਂ ਦਾ ਇਹ ਤਰਕ ਸੀ ਕਿ ਮੈਚ ਮਿਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਲੜਕੀ BA ਕਰ ਜਾਂਦੀ ਹੈ ਤਾਂ ਉਹਦੇ ਵਾਸਤੇ MA ਪਾਸ ਲੜਕਾ ਕਿੱਥੋਂ ਤਲਾਸ਼ ਕਰੀਏ। ਤਾਂ ਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਇਸ ਤਰ੍ਹਾਂ ਦੀ ਕੋਈ ਜ਼ਿੱਦ ਨਹੀਂ ਕਰੂੰਗੀ ਕਿ ਮੇਰੀ ਜਿਹੜੀ ਸ਼ਾਦੀ ਆ ਉਹ ਮੈਂ MA ਪਾਸ ਨਾਲ ਹੀ ਕੀਤੀ ਜਾਵੇ। ਫਿਰ ਵੀ ਮੈਨੂੰ ਇਜਾਜ਼ਤ ਨਹੀਂ ਮਿਲੀ ਤਾਂ ਮੈਂ ਘਰਦਿਆਂ ਤੋਂ ਬਿਨਾਂ ਇਜਾਜ਼ਤ ਦੇ ਪ੍ਰਾਈਵੇਟ +1 ਦੇ ਫਾਰਮ ਭਰੇ। ਤੇ ਮੈਂ ਜਦੋਂ ਆਹਿਸਤਾ ਪਤਾ ਚੱਲ ਗਿਆ ਤਾਂ ਘਰਦਿਆਂ ਨੇ ਮੇਰਾ ਬੜਾ ਵਿਰੋਧ ਕੀਤਾ ਇਸ ਗੱਲ ਦਾ, ਔਰ ਕਿਹਾ ਕਿ ਅਸੀਂ ਤੇਰੀ ਪੜ੍ਹਾਈ ਦਾ ਖਰਚਾ ਨਹੀਂ ਤੈਨੂੰ ਦੇਵਾਂਗੇ, ਖਰਚਾ ਨਹੀਂ ਅਸੀਂ ਬਰਦਾਸ਼ਤ ਕਰਾਂਗੇ। ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਜੌਬ ਕੀਤੀ ਔਰ ਮੈਂ ਉਹੀ ਪੈਸਿਆਂ ਨਾਲ ਆਪਣੀ ਪੜ੍ਹਾਈ ਕੀਤੀ। ਕੀ ਬਾਤ ਹੈ। ਇੱਥੋਂ ਮਤਲਬ ਸੈਲਫ ਮੇਡ ਹੋਣ ਦਾ ਸਿਲਸਿਲਾ ਮਤਲਬ ਉਸੇ ਦੌਰ ਤੋਂ ਸ਼ੁਰੂ ਹੋ ਗਿਆ। ਔਰ ਆਪਾਂ ਗੱਲ ਕਰੀਏ ਕਿ ਇਹ ਵੀ ਇੱਕ ਗੱਲ ਆਡੀਅנס ਮਤਲਬ ਦੇਖਣ ਵਾਲੀ ਹੈ ਕਿ ਡਿਟਰਮੀਨੇਸ਼ਨ ਹੋਵੇ ਤਾਂ ਪਹੁੰਚਿਆ ਜਾਂਦਾ, ਮੰਜ਼ਿਲ ਮਿਲਦੀ ਹੈ। ਚਲੋ ਅੱਗੇ ਗੱਲਬਾਤ ਕਰਦੇ ਹਾਂ ਮੈਮ। ਉਸ ਤੋਂ ਬਾਅਦ ਦਾ ਜੋ ਸਫ਼ਰ ਹੈ ਆਪਣਾ, ਜਦੋਂ ਐਜੂਕੇਸ਼ਨ ਪੂਰੀ ਹੋਈ ਤਾਂ ਉਸ ਤੋਂ ਬਾਅਦ ਜੌਬ 'ਚ ਆਉਣ ਦਾ ਸਿਲਸਿਲਾ? ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਪ੍ਰਾਈਵੇਟ ਸਕੂਲ ਵਿੱਚ ਜੌਬ ਕੀਤੀ। ਜਦੋਂ ਮੈਂ BA ਫਸਟ ਈਅਰ ਦੇ ਐਗਜ਼ਾਮ ਦਿੱਤੇ ਹੋਏ ਸੀ ਤਾਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਨਿਕਲੀ ਔਰ ਮੈਂ ਉੱਥੇ ਅਪਲਾਈ ਕੀਤਾ। ਉਹਨਾਂ ਨੇ ਮੈਨੂੰ ਅਪਾਇੰਟ ਕਰ ਲਿਆ ਔਰ ਅਪਾਇੰਟ ਕਰਨ ਤੋਂ ਬਾਅਦ ਮੇਰੀ ਏਜ ਤੁਸੀਂ ਸੋਚੋ ਕਿ ਮੈਂ 20 ਸਾਲ ਦੀ ਹੋਣੀ ਆ ਉਸ ਵਕਤ। ਉਹਨਾਂ ਨੂੰ ਪਤਾ ਨਹੀਂ ਕੀ ਮੇਰੇ ਅੰਦਰ ਕਾਬਲੀਅਤ ਨਜ਼ਰ ਆਈ ਕਿ ਉਹਨਾਂ ਨੇ ਮੈਨੂੰ ਸਕੂਲ ਦਾ ਇੰਚਾਰਜ ਬਣਾ ਦਿੱਤਾ ਜੀ। ਮੈਂ 20 ਸਾਲ ਦੀ ਉਮਰ ਵਿੱਚ ਸਕੂਲ ਦੀ ਇੰਚਾਰਜ ਬਣ ਗਈ ਔਰ ਉੱਥੇ ਮੈਂ 6 ਸਾਲ ਜੌਬ ਕੀਤੀ। ਮੈਂ MA ਟੌਪ ਕੀਤਾ ਉੱਥੇ ਹੀ ਪੜ੍ਹਦੇ ਹੋਏ ਯੂਨੀਵਰਸਿਟੀ ਦੇ ਵਿੱਚ, ਤੇ ਬੜਾ ਵਧੀਆ ਮੇਰਾ ਉਹ ਟਾਈਮ ਰਿਹਾ, ਬਹੁਤ ਅੱਛਾ। ਉਹ ਇਲਾਕੇ ਦੇ ਵਿੱਚ ਮੈਨੂੰ ਇੰਨਾ ਪਿਆਰ ਮਿਲਿਆ, ਇੰਨੀ ਜ਼ਿਆਦਾ ਮੁਹੱਬਤ ਮਿਲੀ। ਉੱਥੇ ਦਾ ਬੱਚਾ, ਬੜਾ, ਬੁੱਢਾ, ਜਵਾਨ, ਔਰਤ, ਮਰਦ, ਹਰ ਕੋਈ ਮੇਰੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਮ ਰੁਬੀਨਾ ਰੱਖੇ। ਮੈਂ ਬਹੁਤ ਉਹ ਜ਼ਮਾਨੇ ਨੂੰ ਬਹੁਤ ਯਾਦ ਕਰਦੀ ਹਾਂ ਜੀ। ਅੱਛਾ ਮੈਮ, ਉਸ ਤੋਂ ਬਾਅਦ ਜਦੋਂ ਮਤਲਬ ਆਪਾਂ ਗੱਲ ਕਰੀਏ ਕਿ ਇੱਕ ਫਾਰਮਲੀ ਰਾਈਟਿੰਗ ਸ਼ੁਰੂ ਹੁੰਦੀ ਹੈ ਕਿਸੇ ਰਾਈਟਰ ਦੀ, ਕਿਸੇ ਨੂੰ ਮਤਲਬ ਉਸਤਾਦ ਮੰਨਿਆ ਜਾਂ ਫਿਰ ਉਸ ਤੋਂ ਬਾਅਦ ਇਹੀ ਸਿਲਸਿਲਾ ਚੱਲਦਾ ਰਿਹਾ ਇਸੇ ਤਰੀਕੇ ਦੇ ਨਾਲ? ਨਹੀਂ, ਮੈਂ ਬਾਕਾਇਦਾ ਉਸਤਾਦ ਕਿਸੇ ਨੂੰ ਨਹੀਂ ਮੰਨਿਆ। ਬਹੁਤ ਸਾਰੇ ਜਿਹੜੇ ਮੁਲਾਕਾਤ ਆਉਂਦੇ ਰਹੇ ਮਤਲਬ ਸਰਕਲ ਦੇ ਵਿੱਚ, ਉਹਨਾਂ ਨੇ ਗਾਹੇ ਬਗਾਹੇ ਗਾਈਡ ਕੀਤਾ, ਮੈਨੂੰ ਦੱਸਦੇ ਰਹੇ ਕਿ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋ ਸਕਦਾ ਹੈ, ਪਰ ਮੈਂ ਬਾਕਾਇਦਾ ਉਸਤਾਦ ਕਿਸੇ ਨੂੰ ਨਹੀਂ ਬਣਾਇਆ। ਜਦੋਂ ਮੈਂ PhD ਕਰ ਰਹੀ ਸੀ ਤਾਂ ਮੇਰੇ ਜਿਹੜੇ ਗਾਈਡ ਸੀ ਪ੍ਰੋਫੈਸਰ ਜ਼ੀਨਤੁੱਲਾ ਜਾਵੇਦ, ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ। ਉਹਨਾਂ ਦੇ ਮਤਲਬ ਜਿਹੜੇ ਉਹਨਾਂ ਦੇ ਦੋਸਤ ਉਹਨਾਂ ਨੂੰ ਮਿਲਣ ਆਉਂਦੇ ਹੁੰਦੇ ਸੀ, ਜਿਹੜੇ ਉਹਨਾਂ ਦੇ ਲੈਵਲ ਦੇ ਬੰਦੇ ਹੁੰਦੇ ਸੀ, ਤਾਂ ਜਦੋਂ ਉਹ ਆਪਸ 'ਚ ਬਾਤਚੀਤ ਕਰਦੇ ਹੁੰਦੇ ਸੀ ਤਾਂ ਮੇਰਾ ਲੈਵਲ ਬਹੁਤ ਛੋਟਾ ਥਾ, ਮੈਂ ਤਾਂ ਉਦੋਂ ਸਟੂਡੈਂਟ ਸੀ। ਜਦੋਂ ਉਹ ਆਪਸ 'ਚ ਬਾਤਚੀਤ ਕਰਦੇ ਹੁੰਦੇ ਸੀ ਤਾਂ ਉੱਚੇ ਸਤਰ 'ਤੇ ਜਾ ਕੇ ਬਾਤਚੀਤ ਕਰਦੇ ਹੁੰਦੇ ਸੀ। ਉਹਨਾਂ ਦੀਆਂ ਗੱਲਾਂ ਜਿਹੜੀਆਂ ਸੀ ਉਹ ਮੇਰੇ ਅੰਦਰ ਰੌਸ਼ਨੀ ਬਣ ਕੇ ਉਤਰਦੀਆਂ ਗਈਆਂ। ਉਹ ਚੀਜ਼ਾਂ ਨੇ ਮੇਰੀ ਰਹਿਨੁਮਾਈ ਬਹੁਤ ਕੀਤੀ ਜੀ। ਔਰ ਮੈਮ ਉਸ ਤੋਂ ਬਾਅਦ ਹੁਣ ਆਪਾਂ ਤੁਹਾਡੇ ਜਿਹੜੇ ਬੁੱਕਸ ਦੇ ਉੱਪਰ ਆਉਣੇ ਆ, ਜਿਹੜੇ ਰਾਈਟਿੰਗਸ ਹੁਣ ਤੱਕ ਆਈਆਂ, ਔਰ ਕਿੰਨੇ ਕੁ ਬੁੱਕਸ ਮੈਂ ਕਹਾ ਕਿ ਕਿੰਨੇ ਕੁ ਆਈਆਂ ਤੁਹਾਡੀਆਂ? ਮੇਰੇ ਖਿਆਲ 'ਚ ਮੈਂ ਕਦੇ ਗਿਣੀਆਂ ਤਾਂ ਨਹੀਂ, ਸ਼ਾਇਦ 15-16 ਹੋਣੀਆਂ ਨੇ ਕਿਤਾਬਾਂ। ਤੇ ਮੈਂ ਹੁਣ ਇੱਕ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਇੰਗਲਿਸ਼ ਦੀ ਕਿਤਾਬ ਹੈ, ਉਹਦਾ 400-450 ਪੇਜ ਦੀ ਕਿਤਾਬ ਹੈ, ਮੈਂ ਉਹਦਾ ਉਰਦੂ ਵਿੱਚ ਟਰਾਂਸਲੇਸ਼ਨ ਕਰ ਰਹੀ ਹਾਂ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਪੰਜਾਬੀ ਵਿੱਚ ਵੀ ਕਰਨ ਦਾ ਇਰਾਦਾ ਹੈ। ਤੇ ਮੇਰੀ ਇੱਕ ਕਿਤਾਬ ਅਮਰੀਕਾ ਤੋਂ ਛਪੀ ਹੈ, ਜਿਹੜਾ ਕਿ ਮੇਰਾ PhD ਦਾ ਟੌਪਿਕ ਵੀ ਸੀ, ਪਰਵੀਨ ਸ਼ਾਕਿਰ, ਹਯਾਤ व अदबी खिदमात, और ਛਪਦੀਆਂ ਰਹਿੰਦੀਆਂ ਨੇ ਜੀ। ਅੱਛਾ ਮੈਮ, ਇੱਕ ਮੈਨੂੰ ਇਹ ਪਤਾ ਚੱਲਿਆ ਕਿ ਤੁਹਾਡੀ ਕਿਤਾਬ ਹੈ ਜਪਜੀ ਸਾਹਿਬ ਦਾ ਤੁਸੀਂ ਟਰਾਂਸਲੇਸ਼ਨ ਕੀਤਾ ਹੈ ਉਰਦੂ ਦੇ ਵਿੱਚ। ਮਤਲਬ ਇੱਕ ਧਾਰਮਿਕ ਇਸ਼ੂ ਨੂੰ, ਧਾਰਮਿਕ ਮਤਲਬ ਜੋ ਟੌਪਿਕ ਹੈ ਉਸ ਟੌਪਿਕ ਦੇ ਉੱਪਰ ਉਹਨੂੰ ਟਰਾਂਸਲੇਟ ਕਰਨਾ, ਕਾਫੀ ਕੁਝ ਪਤਾ ਵੀ ਚੱਲਿਆ ਹੋਊਗਾ ਸਿੱਖੀਜ਼ਮ ਦੇ ਬਾਰੇ, ਔਰ ਕਿਸ ਤਰ੍ਹਾਂ ਮਹਿਸੂਸ ਕੀਤਾ ਸੀ? ਜਪਜੀ ਸਾਹਿਬ ਅਸਲ ਵਿੱਚ ਇਹਨੂੰ ਸਿੱਖ ਧਰਮ ਨਾਲ ਇੰਨਾ ਨਾ ਜੋੜਿਆ ਜਾਵੇ ਤਾਂ ਇਹ ਸਾਰੀ ਮਾਨਵਤਾ ਲਈ ਹੈ। ਮੈਂ ਜਦੋਂ ਉਹਨੂੰ ਪੜ੍ਹਿਆ ਮੈਨੂੰ ਇੰਨਾ ਅੱਛਾ ਲੱਗਿਆ ਕਿ ਉਹਦਾ ਟਰਾਂਸਲੇਸ਼ਨ ਕਰਕੇ ਮੈਨੂੰ ਆਪ ਨੂੰ ਬੜੀ ਸੈਟਿਸਫੈਕਸ਼ਨ ਹੋਈ ਹੈ। ਕਿਤਾਬਾਂ ਭਾਵੇਂ 15-16 ਹੈਗੀਆਂ ਨੇ, ਪਰ ਉਹ ਕਿਤਾਬ ਨੇ ਜੋ ਮੈਨੂੰ ਸੈਟਿਸਫੈਕਸ਼ਨ ਦਿੱਤੀ ਹੈ ਮੈਨੂੰ ਕਿਸੇ ਕਿਤਾਬ ਨਾਲ ਨਹੀਂ ਮਿਲੀ। ਉਹਦੇ ਨਾਲ ਮੇਰੀ ਜਿਹੜੀ ਰੂਹਾਨੀਅਤ ਸੀ ਉਹਦੀ ਭੁੱਖ ਪੂਰੀ ਹੋਈ ਹੈ। ਤੇ ਉਹ ਕਿਤਾਬ ਹੈ ਜਿਹੜੀ ਇੱਥੇ ਹਿੰਦੁਸਤਾਨ ਵਿੱਚ ਵੀ ਛਪੀ ਹੈ ਔਰ ਪਾਕਿਸਤਾਨ ਵਿੱਚ ਵੀ ਛਪੀ ਹੈ।
ਜੀ। ਉਸ ਤੋਂ ਬਾਅਦ ਮੈਮ ਚਲੋ ਕਿਤਾਬਾਂ ਤੁਹਾਡੀਆਂ 15 ਆਈਆਂ, 16 ਆਈਆਂ, 15 16 ਤੁਸੀਂ ਦੱਸ ਦਿੱਤਾ ਕਿ ਸਭ ਤੋਂ ਅੱਛੀ ਤੁਹਾਨੂੰ ਮਤਲਬ ਜੋ ਫੀਡ ਮਿਲੀ ਹੈ ਉਹ ਉੱਥੋਂ ਮਿਲੀ ਹੈ ਜਪਜੀ ਸਾਹਿਬ ਤੋਂ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਕਿਹੜੀ ਐਸੀ ਕਿਤਾਬ ਹੈ ਜਿਹਨੂੰ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਨੇੜੇ ਸਮਝਦੇ ਹੋ ਜਾਂ ਇਹ ਸਮਝਦੇ ਹੋ ਕਿ ਬਹੁਤ ਸੈਂਟਰਲ ਆਈਡੀਆ ਹੈ, ਉਹ ਕਿਤਾਬ ਵੀ ਜਾਨਣਾ ਚਾਹਾਂਗੇ? ਹਾਂ, ਉਹ ਜਪਜੀ ਸਾਹਿਬ ਦਾ ਉਰਦੂ ਟਰਾਂਸਲੇਸ਼ਨ ਹੈ। ਮੈਨੂੰ ਬਹੁਤ ਇਹਦੇ ਨਾਲ, ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੀ ਰੂਹਾਨੀ ਜਿਹੜੀ ਭੁੱਖ ਸੀ ਉਹ ਸੇਰੀ ਹੋਈ ਆ ਉਹਦੇ ਨਾਲ। ਔਰ ਮੈਂ ਸਮਝਦੀ ਹਾਂ ਜੇ ਮੈਨੂੰ ਰੱਬ ਕੁਝ ਪੁੱਛੇਗਾ ਵੀ ਕੀ ਕੀਤਾ ਤੈਨੇ ਦੁਨੀਆ ਵਿੱਚ, ਮੈਂ ਇਹੀ ਪੇਸ਼ ਕਰੂੰਗੀ ਜੀ। ਔਰ ਮੈਮ ਥੋੜਾ ਜਿਹਾ ਅਸੀਂ ਕੋਈ ਉਹਦੇ ਚਾਹਾਂਗੇ ਜੋ ਟਰਾਂਸਲੇਸ਼ਨ ਕੀਤੀ, ਅਗਰ ਤੁਸੀਂ ਸਾਨੂੰ ਸੈਂਟਰਲ ਆਈਡੀਆ ਤਾਂ ਦੱਸ ਸਕੋ। ਜਦੋਂ ਬਾਬਾ ਜੀ ਨੇ ਬਾਣੀ ਦੀ ਰਚਨਾ ਕੀਤੀ ਤਾਂ ਇਹ ਕਿਹਾ ਜਾਂਦਾ ਹੈ ਇਹ ਪੰਜਾਬੀ ਦੇ ਵਿੱਚ ਸਭ ਤੋਂ ਲੰਬੀ ਹਮਦੀਆ ਨਜ਼ਮ ਹੈ। ਓਕੇ। ਔਰ ਜਦੋਂ ਬਾਬਾ ਜੀ ਨੇ ਇਹਦੀ ਰਚਨਾ ਕੀਤੀ, ਉਹ ਕਿਹਾ ਜਾਂਦਾ ਕਿ ਇਹ ਉਸ ਵਕਤ ਕੀਤੀ ਜਦੋਂ ਉਹ ਰੱਬ ਦੇ ਹਜ਼ੂਰ ਵਿੱਚ ਹਾਜ਼ਰ ਸੀ, ਯਾਨੀ ਉਹ ਇਸ ਵਕਤ ਅਧਿਆਤਮਕ ਤੌਰ ਪਰ ਉਹ ਰੱਬ ਦੇ ਨਾਲ ਇੱਕਮਿੱਕ ਹੋਏ ਸੀ, ਤਾਂ ਉਹਨਾਂ ਨੇ ਇਹ ਕਵਿਤਾ ਦੀ ਰਚਨਾ ਕੀਤੀ। ਔਰ ਇਹ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਸਿਖਾਉਂਦੀ ਹੈ, ਕੀ ਕਰੋ, ਕੀ ਪੜ੍ਹੋ, ਕੀ ਨਾ ਕਰੋ, ਉਹ ਸਾਰਾ ਕੁਝ ਉਹਦੇ ਵਿੱਚ ਉਹਦੀਆਂ ਅਲੱਗ-ਅਲੱਗ ਪੌੜੀਆਂ ਦੇ ਵਿੱਚ ਦਰਸਾਇਆ ਗਿਆ ਹੈ। ਜੀ। ਉਹ ਜੀਵਨ ਜਾਂਚ ਕਿਸ ਤਰ੍ਹਾਂ ਤੁਸੀਂ ਇੱਕ ਵਧੀਆ ਅੱਛੇ ਇਖਲਾਕ ਦੇ ਇਨਸਾਨ, ਅੱਛੇ ਇਖਲਾਕੀ ਅਕਦਾਰ ਦੇ ਹਾਮਿਲ ਇਨਸਾਨ ਬਣ ਸਕਦੇ ਹੋ, ਉਹ ਇਹਦੇ ਵਿੱਚੋਂ ਪਤਾ ਚੱਲਦਾ ਹੈ। ਜੀ। ਮੈਂ ਹੁਣ ਥੋੜੀ ਜਿਹੀ ਗੱਲ ਆਪਾਂ ਕਰਦੇ ਥੋੜੀ ਪੋਇਟਰੀ ਦੀ। ਪੋਇਟਰੀ ਦੇ ਵਿੱਚ ਕਾਫੀ ਮਤਲਬ ਤੁਹਾਡੇ ਮਜਮੂਏ ਆਏ ਨੇ, ਕਾਫੀ ਬੁੱਕਸ ਆਈਆਂ ਨੇ, ਤਾਂ ਉਹਦੇ ਵਿੱਚ ਮੈਮ ਅਸੀਂ ਸੁਣਨਾ ਚਾਹਾਂਗੇ ਕੋਈ ਬਿਹਤਰੀਨ ਨਜ਼ਮ, ਬਿਹਤਰੀਨ ਗਜ਼ਲ ਜੋ ਵੀ ਤੁਹਾਡੇ ਮਨ ਦੇ ਨੇੜੇ ਹੈ। ਮੈਂ ਔਰਤ ਨੂੰ ਵੈਸੇ ਹੀ ਇਸ ਜ਼ਮਾਨੇ ਦੇ ਵਿੱਚ ਪੜ੍ਹਨ ਦੀ, ਤਾਲੀਮ ਹਾਸਿਲ ਕਰਨ ਦੀ ਇਜਾਜ਼ਤ ਨਹੀਂ ਸੀ। ਉਸ ਜ਼ਮਾਨੇ ਦੇ ਵਿੱਚ ਸ਼ੇਰ ਕਹਿਣਾ ਤਾਂ ਬਹੁਤ ਬੜਾ ਐਬ ਸੀ ਔਰਤ ਦਾ ਇੱਕ। ਪਰ ਮੇਰੇ ਹਸਬੈਂਡ ਦੀ ਮੈਨੂੰ ਇਸ ਕਦਰ ਸਪੋਰਟ ਰਹੀ ਕਿ ਉਹ ਐਬ ਮੇਰਾ ਹੁਨਰ ਬਣ ਗਿਆ। ਮੈਨੂੰ ਉਹਨਾਂ ਨੇ ਹਮੇਸ਼ਾ ਹੌਸਲਾ ਅਫਜ਼ਾਈ ਕੀਤੀ ਮੇਰੀ, ਔਰ ਮੈਨੂੰ ਕਦੇ ਬਿਲਾ ਵਜ੍ਹਾ ਰੋਕ ਟੋਕ ਨਹੀਂ ਕੀਤੀ। ਹਮੇਸ਼ਾ ਮੇਰੇ ਉੱਪਰ ਪੂਰਾ ਭਰੋਸਾ ਰੱਖਿਆ ਔਰ ਮੈਨੂੰ ਖੁੱਲ੍ਹ ਕੇ ਉਡਾਨ ਭਰਨ ਦੀ ਇਜਾਜ਼ਤ ਦਿੱਤੀ। ਇਹਦੇ ਲਈ ਮੈਂ ਉਹਨਾਂ ਦੀ ਬਹੁਤ ਹੀ ਮਮਨੂਨ ਹਾਂ। ਇਹ ਮੇਰੇ ਪਰ ਉਹਨਾਂ ਦਾ ਬੜਾ ਅਹਿਸਾਨ ਹੈ। ਜੀ। ਔਰ ਸ਼ੇਰ ਮੈਮ ਜਿਹੜਾ ਆਪਾਂ ਗੱਲ ਕਰ ਰਹੇ ਸੀ ਉਹ ਵੀ ਸੁਣ ਲਈ। ਤੁਹਾਡਾ ਜੋ ਸ਼ੇਰੀ ਮਜਮੂਆ ਸੀ ਉਰਦੂ ਵੀ ਸੁਣਾਂਗੇ ਔਰ ਪੰਜਾਬੀ ਵੀ ਸੁਣਾਂਗੇ। उर्दू का शेरी मजमूआ ताल्लुकात का बरज़ख और रेख्ता पर भी अवेलेबल है, नैट पर है, वो ऑनलाइन मिलता है, पढ़ सकते हो तुसीं। ते पंजाबी मजमूआ जे मेरा शाया नहीं होया, ते पंजाबी दियां गज़लां भी मैं लिखियां ने ते नज़मां भी, पर मैं इत्थे तुहानूं एक नज़म सुनावांगी जी। आवागमन नज़म का नाम है। ये तो तुहानूं भली भांति पता चलेगा कि औरत की असल जिंदगी दे विच त्रासदी की है। नज़म है कि मैं नारी हाँ, मेरा जीवन हर 10 साल मगरों जून बदलदा है, शक्ल बदलदा है। मैं नारी हाँ, मेरा जीवन हर 10 साल मगरों जून बदलदा है, शक्ल बदलदा है। जद मैं जम्मी चिड़ी दी जुन्नी बाबल दे आंगन विच चैकी, कलियां दी खुशबोई मैकी, गुड्डियां अते पटोले मेरे, राजा रानी गुल्ले मेरे, मेरी जाचे दुनिया सारी वांग मेरे भोली भंडारी। एक दहाई इउं लगाई फिर तां हिरनी दी जुन्नी आई, एक दहाई इउं लगाई तां हिरनी दी जुन्नी आई। कुछ छोटी ते कुछ वडेरी, ना कच्ची ते नहीं पकेरी, बाबल वेख के घूरी वट्टी, अरमाना दी पोची फट्टी। जिधर तोरिया उधर तुर गई, विच पानिया लूण दे वांगर, जीवन दी हर सद्दर खुर गई। अगली जुन्नी मोर नहीं बन के, नींद चैन दी चोर नहीं बन के, पहला पाइयां चूड़े छन के। गीत सभी मल्हार हो गए, सुपने सब साकार हो गए, फुल्लां भरी क्यारी मेरी ते सारी दी सारी मेरी। ए जुन्नी मैं खूब हंडाई तां रुखां दी जुन्नी पाई, मां बन गई ठंडी छां बन गई। ए जुन्नी मैं खूब हंडाई तां रुखां दी जुन्नी पाई, छावां वंडना धुप्पां सहना, सब कुछ सहना ते चुप रहना, कल्लम कल्ली वन विच डोला, किस कोल दिल दे दुखड़े फुल्लां। रो नहीं सकदी, हस नहीं सकदी, होनी दा दुख दस नहीं सकदी, साथी जद बेमुख हो जावे, कोई मौसम रास ना आवे। पतझड़ नंगी बुच्ची कीता, उसदी छोह ना सुच्ची कीता, इस जुन्नी दी थाह जद पाई, इउं जापे मैं सदी हंडाई। इस जुन्नी दी थाह जद पाई, इउं जापे मैं सदी हंडाई। अगली जुन्नी चंगी होवे, चावां दे विच रंगी होवे, सद्दर हर इक रह गई सुत्ती, मैं अगली जुन्नी विच कुत्ती।
ਸੱਦਰ ਹਰ ਇੱਕ ਰਹਿ ਗਈ ਸੁੱਤੀ, ਮੈਂ ਅਗਲੀ ਜੁੰਨੀ ਵਿੱਚ ਕੁੱਤੀ। ਅੱਧੀ ਸਦੀ ਦਾ ਸਮਾਂ ਹੰਢਾ ਕੇ, ਹਰ ਇੱਕ ਜਜ਼ਬਾ ਲੇਖੇ ਲਾ ਕੇ, ਨਾ ਇਸ ਕਰਦੀ ਨਾ ਉਸ ਕਰਦੀ, ਮੈਂ ਮੰਗਤੀ ਖੁਦ ਆਪਣੇ ਦਰਦੀ। ਅੱਧੀ ਸਦੀ ਦਾ ਸਮਾਂ ਹੰਢਾ ਕੇ, ਹਰ ਇੱਕ ਜਜ਼ਬਾ ਲੇਖੇ ਲਾ ਕੇ, ਨਾ ਇਸ ਘਰ ਦੀ ਨਾ ਉਸ ਘਰ ਦੀ, ਮੈਂ ਮੰਗਤੀ ਖੁਦ ਆਪਣੇ ਦਰਦੀ। ਰਾਜਨ ਮੇਰੇ ਜੰਮੇ ਜਾਏ, ਪੀਰ ਪੈਗੰਬਰ ਗੋਦ ਖਿਡਾਏ, ਲਾਹਨਤ ਕਿਉਂ ਫਿਰ ਪੱਲੇ ਪੈ ਗਈ, ਕੀ ਮੈਂ ਇਸੇ ਜੋਗੀ ਰਹਿ ਗਈ। ਕੁੱਤੀ ਜੂਨ ਨੂੰ ਕੀੜੇ ਪੈ ਗਏ, ਕੁੱਤੀ ਜੂਨ ਨੂੰ ਕੀੜੇ ਪੈ ਗਏ, ਮੈਨੂੰ ਕਬਰਾਂ ਤੀਕਰ ਲੈ ਗਏ। ਕੀੜਿਆਂ ਦਾ ਮੈਂ ਦਰਦ ਹੰਢਾਇਆ, ਉਹਨਾਂ ਮੇਰਾ ਦੁੱਖ ਘਟਾਇਆ, ਮੈਂ ਉਹਨਾਂ ਦੀ ਹਾਂ ਧੰਨਵਾਦੀ। ਮੁੜ ਨਾਰੀ ਦੀ ਜੁੰਨੀ ਪੈਣੋ, ਮੈਂ ਆਪਣੇ ਖਾਲਿਕ ਦੇ ਤਾਈਂ ਮਾਫੀ ਮੰਗੀ ਸਾਧ ਮੁਰਾਦੀ। ਮੈਂ ਨਾਰੀ ਹਾਂ ਮੇਰਾ ਜੀਵਨ, ਹਰਦੇ ਸਾਲਾਂ ਮਗਰੋਂ ਜੂਨ ਬਦਲਦਾ ਹੈ, ਸ਼ਕਲ ਬਦਲਦਾ ਹੈ। क्या बात है, क्या बात है, बहुत उम्दा, बहुत अच्छा जी। और ਕੁਛ ਇੱਕ ਮਿੰਟਾਂ ਦੇ ਵਿੱਚ ਹੀ ਲਗਭਗ ਇੱਕ ਜ਼ਿੰਦਗੀ ਬਿਆਨ ਕਰਤੀ। ਇਹਨੂੰ ਆਪਾਂ ਕਹਿ ਦਈਏ ਵੀ ਗਾਗਰ ਦੇ ਵਿੱਚ ਸਾਗਰ ਪਾਤਾ। ਔਰ ਬਹੁਤ ਅੱਛਾ ਮੈਮ, ਬਹੁਤ ਅੱਛਾ ਲਿਖਿਆ। ਔਰ ਇਸ ਤੋਂ ਇਲਾਵਾ ਕੋਈ ਉਰਦੂ ਦੀ ਤੁਹਾਡੀ ਐਸੀ ਗਜ਼ਲ ਹੋਵੇ, ਐਸੀ ਨਜ਼ਮ ਹੋਵੇ ਜੋ ਮੈਂ ਦੇਖਿਆ ਵੀ ਬੜਾ ਹਕੀਕਤ ਦੇ ਨੇੜੇ ਲਿਖਿਆ ਤੁਸੀਂ ਇਹ। ਔਰ ਲਿਖਦੇ ਹੀ ਮਤਲਬ ਇਸੇ ਜੋ ਮਤਲਬ ਫੈਕਟਸ ਆਫ ਲਾਈਫ ਹੈ ਉਹਦੇ ਉੱਪਰ ਹੀ ਲਿਖਦੇ ਹੋ। ਹਾਂਜੀ, ਅਲੱਗ-ਅਲੱਗ ਵਿਸ਼ੇ ਹੁੰਦੇ ਨੇ, ਅਲੱਗ-ਅਲੱਗ ਤਖਲੀਕਾਤ ਦੇ। ਉਰਦੂ ਵਿੱਚ ਮੈਂ ਜ਼ਿਆਦਾ ਗਜ਼ਲਾਂ ਲਿਖਦੀ ਹਾਂ, ਨਜ਼ਮਾਂ ਬਹੁਤ ਘੱਟ ਲਿਖੀਆਂ ਨੇ। ਗਜ਼ਲ ਦੇ ਵਿਸ਼ੇ ਤੁਹਾਨੂੰ ਪਤਾ ਹੀ ਹੈ ਕਿ ਉਹ ਜ਼ਿਆਦਾਤਰ ਉਰਦੂ ਗਜ਼ਲ ਜਿਹੜੀ ਹੈ ਉਹ ਅਜੇ ਵੀ ਆਪਣੇ ਅਸਲ ਰੂਪ ਵਿੱਚ ਮੌਜੂਦ ਹੈ। ਪੰਜਾਬੀ ਗਜ਼ਲ ਹੈ ਜਿਹੜੀ, ਪੰਜਾਬੀ ਸ਼ਾਇਰੀ ਹੈ ਜਿਹੜੀ, ਉਹ ਯਥਾਰਥ ਦੇ ਬਹੁਤ ਨੇੜੇ ਆ ਗਈ ਹੈ। ਪਰ ਉਰਦੂ ਗਜ਼ਲ ਅਜੇ ਵੀ ਉਹਨਾਂ ਹੀ ਚੀਜ਼ਾਂ ਨੂੰ ਸਿੰਬੋਲਿਕ ਅੰਦਾਜ਼ ਦੇ ਵਿੱਚ ਕਹਿੰਦੀ ਹੈ, ਬਿਆਨ ਕਰਦੀ ਹੈ। ਪੰਜਾਬੀ ਜਿਹੜੀ ਸ਼ਾਇਰੀ ਆ ਉਹ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਬਿਆਨ ਕਰਦੀ ਹੈ। ਤਾਂ ਉਰਦੂ ਗਜ਼ਲ ਪੇਸ਼ ਕਰਦੀ ਹਾਂ। खबर है कि वो हरजाई बहुत है, खबर है कि वो हरजाई बहुत है, पे दिल उसका तमन्नाई बहुत है। खबर है कि वो हरजाई बहुत है, पे दिल उसका तमन्नाई बहुत है। सफ़र करते हैं अब हम सूए दरिया, सफ़र करते हैं अब हम सूए दरिया, के तालाबों में तो काई बहुत है। सफ़र करते हैं अब हम सूए दरिया, के तालाबों में तो काई बहुत है। और वही हाजत रवा है उससे मांगो, वही हाजत रवा है उससे मांगो, कि उसके दर पे सुनवाई बहुत है। वही हाजत रवा है उससे मांगो, कि उसके दर पे सुनवाई बहुत है। और शेर है कि बज़ाहिर तो मैं रिश्तों में घिरी हूँ, बज़ाहिर तो मैं रिश्तों में घिरी हूँ, दरूने ज़ात तन्हाई बहुत है। और गज़ल का मक्ता है कि गज़ल है आम से लहजे की शबनम, मगर मानी में गहराई बहुत है। क्या बात है, क्या बात है, बहुत अच्छा, बहुत खूब मैम, शुक्रिया। ਔਰ ਹੁਣ ਮੈਮ ਆਪਾਂ ਜਦੋਂ ਗੱਲ ਕਰ ਲਈ, ਤੁਹਾਡੇ ਤਖਲੀਕਾਤ ਦੀ ਗੱਲ ਕਰ ਲਈ, ਤੁਹਾਡੇ ਰਾਈਟਿੰਗਸ ਦੀ ਗੱਲ ਕਰ ਲਈ, ਤੇ ਉਸ ਤੋਂ ਬਾਅਦ ਹੁਣ ਆਪਾਂ ਅਚੀਵਮੈਂਟਸ ਦੀ ਵੀ ਗੱਲ ਕਰਦੇ ਹਾਂ। ਆਪਾਂ ਇਹ ਵੀ ਪੁੱਛਦੇ ਹਾਂ ਤੁਹਾਨੂੰ ਮੈਮ, ਹੁਣ ਤੱਕ ਦੇ ਜੋ ਅਵਾਰਡਸ ਰਿਕਗਨਾਈਜੇਸ਼ਨਸ ਹੈ ਉਹ ਕਿੰਨੇ ਹੈ ਔਰ ਕਿਹੜੇ ਕਿਹੜੇ ਹੈ, ਕੁਝ ਅਪਕਮਿੰਗ ਹੈ, ਉਹ ਵੀ ਦੱਸੋ ਸਾਨੂੰ। ਅਵਾਰਡ ਤੁਹਾਨੂੰ ਇੱਕ ਬੜੀ ਟ੍ਰੈਜਡੀ ਦੱਸਦੀ ਹਾਂ ਕਿ 50 ਸਾਲ ਹੋ ਗਏ ਭਾਸ਼ਾ ਵਿਭਾਗ ਸ਼੍ਰੋਮਣੀ ਉਰਦੂ ਸਾਹਿਤਕਾਰ ਅਵਾਰਡ ਦਿੰਦਾ ਹੈ। ਬਹੁਤ ਹੀ ਪ੍ਰੈਸਟੀਜੀਅਸ ਅਵਾਰਡ ਹੈ ਇਹ। ਔਰ ਮੈਂ ਪਹਿਲੀ ਪੰਜਾਬ ਦੀ ਔਰਤ ਸੀ ਜਿਹਨੂੰ ਉਹ ਮਿਲਿਆ। ਕੀ ਬਾਤ, ਕੀ ਬਾਤ। ਕੋਈ ਔਰਤ ਤਖਲੀਕਾਤ, ਮਤਲਬ ਔਰਤ ਨੂੰ ਇੰਨੇ ਚੈਲੰਜਸ ਨੇ ਲਾਈਫ ਦੇ ਵਿੱਚ ਕਿ ਉਹਦੀ ਸੈਕੰਡਰੀ ਹੋ ਜਾਂਦੀ ਹੈ ਇਹ ਚੀਜ਼ਾਂ, ਇਹ ਸ਼ੌਕ ਜਿਹੜੇ ਉਹਦੇ ਨੇ, ਇਹ ਜਿਹੜੀ ਉਹਦੀ ਕਾਬਲੀਅਤ ਹੈ, ਜੋ ਉਹਦੇ ਵਿੱਚ ਹੁਨਰ ਹੈ, ਉਹ ਸੈਕੰਡਰੀ ਹੋ ਜਾਂਦਾ। ਤਾਂ ਉਹ ਮੈਂ ਪਹਿਲੀ ਔਰਤ ਸੀ ਜਿਹਨੂੰ ਉਹ ਅਵਾਰਡ ਮਿਲਿਆ ਤੇ 2011 ਵਿੱਚ। ਉਸ ਤੋਂ ਪਹਿਲਾਂ ਮੈਨੂੰ 2008 ਵਿੱਚ ਪੰਜਾਬ ਸਰਕਾਰ ਦਾ ਪ੍ਰਮਾਣ ਪੱਤਰ ਮਿਲਿਆ ਸੀ ਉਰਦੂ ਦੀਆਂ ਜਿਹੜੀਆਂ ਹੈ ਭਾਸ਼ਾ ਅਤੇ ਸਾਹਿਤ ਦੇ ਵਿੱਚ ਯੋਗਦਾਨ ਪਾਉਣ ਵਾਸਤੇ। ਤੇ ਉਸ ਤੋਂ ਬਾਅਦ ਮੈਨੂੰ ਹੁਣ ਰੀਸੈਂਟਲੀ ਪੰਜਾਬ ਵਕਫ ਬੋਰਡ ਨੇ ਸਾਹਿਲ ਲੁਧਿਆਣਵੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਹੈ। ਔਰ ਇੱਕ ਮਲੇਰਕੋਟਲਾ ਕਲਚਰਲ ਐਂਡ ਹੈਰੀਟੇਜ ਸੁਸਾਇਟੀ ਨੇ ਡਾਟਰ ਆਫ ਮਲੇਰਕੋਟਲਾ ਦਾ ਮੈਨੂੰ ਖਿਤਾਬ ਦਿੱਤਾ ਸੀ। ਬਸ ਇਹ ਨੇ। ਔਰ ਜਿਹੜਾ ਸਭ ਤੋਂ ਵੱਡਾ ਐਵਾਰਡ ਉਹ ਹੈ ਜਿਹੜਾ ਮੈਨੂੰ ਸੁਸਾਇਟੀ ਤੋਂ ਪਿਆਰ ਮਿਲਦਾ ਹੈ, ਜਿਹੜਾ ਆਪਣੇ ਭੈਣਾਂ ਭਰਾਵਾਂ ਦਾ ਪਿਆਰ ਹੈ, ਉਹ ਸਭ ਤੋਂ ਵੱਡਾ ਐਵਾਰਡ ਹੈ ਜੀ। ਬਹੁਤ ਅੱਛਾ, ਮਤਲਬ ਬਹੁਤ ਅੱਛੀ ਜੋ ਹੈ ਤੁਹਾਡੀ ਤਖਲੀਕਾਂ, ਤੁਹਾਡੀ ਰਾਈਟਿੰਗਸ, ਔਰ ਉਸ ਤੋਂ ਵਧੀਆ ਜੋ ਰਿਕਗਨਾਈਜੇਸ਼ਨ ਮਿਲਦੀ ਹੈ, ਜੋ ਬੰਦੇ ਨੂੰ ਇੱਕ ਪਹਿਚਾਣ ਮਿਲਦੀ ਹੈ। ਔਰ ਹੁਣ ਵਰਕਿੰਗ ਵੀ ਹੋ ਤੁਸੀਂ, ਔਰ ਘਰ ਵੀ ਜਾ ਕੇ ਕੰਮ ਕਰਨਾ ਹੁੰਦਾ ਹੈ। ਇੱਕ ਮਤਲਬ ਮਾਂ ਦੀ ਜੋ ਪੂਰੀ ਹੁੰਦੀ ਹੈ ਰਿਸਪੌਂਸਿਬਿਲਿਟੀ, ਉਹ ਵੀ ਨਿਭਾਉਣੀ ਹੁੰਦੀ ਹੈ। ਤਾਂ ਉਸ ਤੋਂ ਬਾਅਦ ਮੈਂ ਤੁਹਾਡੀ ਪਹਿਲੀ ਨਜ਼ਮ ਦੇ ਵਿੱਚ ਹੀ ਉਹ ਸਾਰਾ ਕੁਝ ਦੇਖਿਆ ਕਿ ਔਰਤ ਦੇ ਬਾਰੇ ਤੁਸੀਂ ਜੋ ਲਿਖਿਆ ਉਹ ਸ਼ਾਇਦ ਕਿ ਤੁਸੀਂ ਮਤਲਬ ਉਹਦੇ ਜੋ ਲੰਘ ਰਹੇ ਹੋ ਉਸ ਪੀਰੀਅਡ ਦੇ ਵਿੱਚੋਂ ਤਾਂ ਜ਼ਿਆਦਾ
ਨੇੜੇ ਦੀ ਬੰਦਾ ਉਹ ਉਸ ਚੀਜ਼ ਨੂੰ ਐਕਸਪੀਰੀਅੰਸ ਕਰਦਾ ਹੈ। ਤਾਂ ਮੈਮ ਕਨਕਲੂਡ ਕਰਨ ਤੋਂ ਪਹਿਲਾਂ ਮੈਂ ਇਹ ਪੁੱਛੂੰਗਾ ਮੈਮ, ਬਤੌਰ ਵੂਮਨ ਮਲੇਰਕੋਟਲੇ ਦੇ ਵਿੱਚ ਖਾਸ ਤੌਰ ਤੇ ਮਤਲਬ ਤੁਸੀਂ ਦੱਸਿਆ ਕਿ ਮਤਲਬ 10ਵੀਂ ਤੋਂ ਬਾਅਦ ਕਿ ਨਹੀਂ ਪੜ੍ਹਨਾ ਤੇ ਉਸ ਤੋਂ ਬਾਅਦ ਪੜ੍ਹਾਈ ਬੜੀ ਮੁਸ਼ਕਿਲ ਕੀਤੀ, ਔਰ ਅੱਜ ਤੁਸੀਂ ਇੱਕ ਮੁਕਾਮ ਦੇ ਉੱਪਰ ਹੋ। ਅੱਜ ਜਿਹੜੇ ਲੋਕ ਹੈ, ਅੱਜ ਦੀਆਂ ਜਿਹੜੀਆਂ ਲੜਕੀਆਂ ਉਹ ਤੁਹਾਨੂੰ ਦੇਖਦੀਆਂ ਵੀ ਹਾਂ ਇੱਕ ਲੇਡੀ ਹੈ ਵੀ ਬਹੁਤ ਅੱਛੇ ਮੁਕਾਮ ਦੇ ਉੱਪਰ ਬੈਠੀ ਹੈ। ਉਹਨਾਂ ਜੋ ਲੜਕੀਆਂ ਜੋ ਅੱਜ ਹੈਗੀਆਂ ਮਲੇਰਕੋਟਲੇ ਦੀਆਂ, ਉਹਨਾਂ ਨੂੰ ਕੀ ਮੈਸੇਜ ਦਓਗੇ ਮੈਮ? ਮੈਂ ਸਮਝਦੀ ਹਾਂ ਕਿ ਰਸਤੇ ਦੇ ਵਿੱਚ ਮੁਸ਼ਕਿਲਾਂ ਦਾ ਆਉਣਾ ਤੁਹਾਡੇ ਵਾਸਤੇ ਬਹੁਤ ਵੱਡਾ ਵਰਦਾਨ ਹੁੰਦਾ ਹੈ। मेरा एक शेर का मिसरा है कि कठिन हालात में जीने का है अपना मज़ा शबनम, मकते दा है ये मिसरा। कठिन हालात में जीने का है अपना मज़ा शबनम। कठिनाइयां ਜਿਹੜੀਆਂ ਆਉਂਦੀਆਂ ਨੇ ਉਹ ਇਨਸਾਨ ਨੂੰ ਬੇਦਾਰ ਕਰਨ ਵਾਸਤੇ ਆਉਂਦੀਆਂ ਨੇ। ਉਹਦੇ ਅੰਦਰਲਾ ਜਿਹੜਾ ਟੈਲੈਂਟ ਹੈ ਉਹ ਤਦੇ ਉੱਭਰਦਾ ਹੈ ਜਦੋਂ ਉਹਦੇ ਸਾਹਮਣੇ ਕੋਈ ਚੈਲੰਜਸ ਆਉਂਦੇ ਨੇ। ਤਾਂ ਮੈਂ ਇਹੀ ਪੈਗਾਮ ਦਵਾਂਗੀ ਜਿਹੜੀਆਂ ਲੜਕੀਆਂ ਨੇ ਅੱਜ ਕੱਲ੍ਹ ਕਿ ਉਹ ਚੈਲੰਜਸ ਨੂੰ ਨੈਗੇਟਿਵ ਤੌਰ ਪਰ ਨਾ ਦੇਖਣ। ਉਹਨਾਂ ਦੇ ਸਾਹਮਣੇ ਉਹਨਾਂ ਨੂੰ ਜਿੱਤਣ ਵਾਸਤੇ ਕਮਰ ਕੱਸ ਕੇ ਖੜੇ ਹੋਣ। ਕੁਝ ਵੀ ਮੁਸ਼ਕਿਲ ਨਹੀਂ ਹੈ। ਜਦ ਮੈਂ ਕਰ ਸਕਦੀ ਹਾਂ ਤਾਂ ਹਰ ਕੋਈ ਕਰ ਸਕਦਾ ਹੈ। ਮੇਰੇ ਵਿੱਚ ਕੋਈ ਐਕਸਟਰਾ ਆਰਡੀਨਰੀ ਕੁਆਲਿਟੀ ਨਹੀਂ ਸੀ। ਮੈਂ ਕੋਈ बहुत ही ज़्यादा जे कहाँ इंटेलिजेंट लड़की नहीं सी। बस मेरा जो भी था कैरियर वो मीडियोकर जिहा रहा। मेरे 55% नंबर आए हर एक क्लास चों। सिर्फ MA ਦੇ ਵਿੱਚ मैंने यूनिवर्सिटी टॉप किया, MA उर्दू ਵਿੱਚ, ਤੇ ਉਸ ਤੋਂ ਬਾਅਦ MA ਪਰਸ਼ੀਅਨ ਦੇ ਵਿੱਚ ਮੈਂ यूनिवर्सिटी टॉप किया। मेरा ठीक ठाक ਜਿਹਾ ਉਹ ਸੀਗਾ। ਤਾਂ ਹਰ ਕੋਈ ਕਰ ਸਕਦਾ ਹੈ। ਇਹ ਠੀਕ ਹੈ ਕਿ ਕਿਸੇ ਦੇ ਹਾਲਾਤ ਕਿਸ ਕਿਸਮ ਦੇ ਹੁੰਦੇ ਨੇ, ਪਰ ਉਹਨਾਂ ਹਾਲਾਤ ਤੋਂ ਡਰ ਕੇ ਬੈਠ ਜਾਣਾ, ਉਹਨਾਂ ਹਾਲਾਤ ਨੂੰ ਬਹਾਨਾ ਬਣਾ ਕੇ ਆਪਣੇ ਆਪ ਨੂੰ ਪਿੱਛੇ ਖਿੱਚ ਲੈਣਾ, ਇਹ ਕੋਈ ਕਾਮਯਾਬੀ ਨਹੀਂ ਹੈ। ਕਾਮਯਾਬੀ ਉਹਨਾਂ ਦੇ ਨਾਲ ਲੜ ਕੇ ਉਹਨਾਂ ਦੇ ਉੱਪਰ ਕਾਬੂ ਪਾ ਕੇ ਜਿੱਤਣ ਦੇ ਵਿੱਚ ਹੈ। शुक्रिया, बहुत बहुत शुक्रिया। बहुत अच्छे अल्फाज और बड़े मोटिवेशन वाले अल्फाज ਜਿਹੜੇ ਕਿ ਤੁਸੀਂ ਸਾਡੇ ਆਡੀਅנס ਤੱਕ ਪਹੁੰਚਾਏ ਹੈ। ਔਰ ਜੋ ਕੁੱਲ ਮਿਲਾ ਕੇ ਮੈਂ ਗੱਲ ਕਰਾਂ ਕਿ ਇੱਕ ਜੋ ਬਾਇਓਗ੍ਰਾਫੀ ਤੁਹਾਡੀ ਮੈਂ ਕਹਿ ਸਕਦਾ ਕਿ ਜੋ ਉਰੇ ਅਸੀਂ ਦੇਖੀ ਹੈ ਉਹ ਪੂਰੀ ਦੀ ਪੂਰੀ ਇੱਕ ਮੋਟੀਵੇਸ਼ਨ ਹੈ। ਜੋ ਅੱਜ ਦਾ ਯੂਥ ਹੈ, ਖਾਸ ਤੌਰ ਤੇ ਲੜਕੀਆਂ ਉਹਨਾਂ ਵਾਸਤੇ ਦਾ ਖਾਸ ਤੌਰ ਤੇ ਇੱਕ ਮੋਟੀਵੇਸ਼ਨ ਹੈ। ਮੈਮ ਸਮਾਂ ਦੇਣ ਵਾਸਤੇ ਔਰ ਸਾਡੇ ਸਟੂਡੀਓ ਦੇ ਵਿੱਚ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸ਼ੁਕਰੀਆ ਜੀ ਤੁਹਾਡਾ ਕਿ ਤੁਸੀਂ ਮੌਕਾ ਦਿੱਤਾ ਮੈਨੂੰ ਔਰ ਮੈਂ ਆਪਣੀ ਗੱਲ ਇੱਥੇ ਰੱਖ ਸਕੀ। ਬਹੁਤ ਸ਼ੁਕਰੀਆ। ਥੈਂਕ ਯੂ। ਆਪਾਂ ਗੱਲ ਕਰ ਰਹੇ ਸੀ ਮੈਡਮ ਰੂਬੀਨਾ ਸ਼ਬਨਮ ਦੇ ਨਾਲ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੁਆਲਿਟੀਆਂ ਦਾ ਭੰਡਾਰ ਹੈ ਔਰ ਉਸ ਤੋਂ ਇਲਾਵਾ ਜੋ ਹੈ ਇੱਕ ਮੋਟੀਵੇਸ਼ਨ, ਇੱਕ ਖਾਸ ਤੌਰ ਤੇ ਅੱਜ ਦੀ ਜੋ ਲੜਕੀਆਂ ਹਨ, ਲੜਕੀਆਂ ਇਹ ਨਹੀਂ ਮਹਿੰਗਾ, ਹਰ ਕਿਸੇ ਵਾਸਤੇ ਇੱਕ ਮੋਟੀਵੇਸ਼ਨ। ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਨੂੰ ਇਹ ਹੈਡ ਕਰ ਰਹੇ ਹਨ। ਇਨ ਕੇਸ ਤੁਸੀਂ ਮਿਲਣਾ ਵੀ ਚਾਹੋ ਤਾਂ ਬਹੁਤ ਅੱਛੀ ਇੱਕ ਪਰਸਨੈਲਿਟੀ ਨੂੰ ਬਹੁਤ ਅੱਛਾ ਗਾਈਡ ਵੀ ਕਰਦੇ ਹਨ। ਤੁਸੀਂ ਮਿਲ ਵੀ ਸਕਦੇ ਹੋ ਅੱਗੇ। ਔਰ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਊਂਗਾ। ਫਿਰ ਇੱਕ ਪਰਸਨੈਲਿਟੀ ਦੇ ਨਾਲ, ਫਿਰ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ। ਥੈਂਕ ਯੂ ਵੈਰੀ ਮਚ।